ਡਾਕਟਰ ਸਾਹਿਬ, ਜਿਹੜੀ ਬੀਤੇ ਸਮੇਂ ਦੇ ਵਿੱਚ ਹੁਣ ਕੁਝ ਵੱਖੋ ਵੱਖਰੇ ਕਿਸਮ ਦੇ ਡੇਟਾ ਆ ਰਹੇ ਨੇ ਸਾਹਮਣੇ, ਸਟੱਡੀਜ਼ ਆ ਰਹੀਆਂ ਨੇ ਜਿਨ੍ਹਾਂ ਦਾ ਕੇਂਦਰ ਬਿੰਦੂ ਇਹ ਹੈ ਵੀ ਕੈਨੇਡਾ ਦੇ ਵਿੱਚ ਇਸ ਵੇਲੇ ਆਮ ਬੰਦੇ ਦੀ ਜਿਹੜੀ ਆਰਥਿਕਤਾ ਹੈ, ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਉਹ ਕਿੰਨੀ ਕੁ ਮਜ਼ਬੂਤ ਆ। ਇੱਕ ਸਟੱਡੀ ਬੀਤੇ ਦਿਨੀ ਜਿਹੜੀ ਕੰਪੈਰੀਜ਼ਨ ਕਰਦੀ ਹੈ ਵੀ 2014 ਦੇ ਵਿੱਚ ਜਿਹੜੇ ਆਰਥਿਕ ਹਾਲਾਤ ਸੀਗੇ ਕੈਨੇਡੀਅਨਸ ਦੇ, ਇੱਕ ਸਮਾਂ ਉਹ ਅਜਿਹਾ ਹੋ ਗਿਆ ਸੀ 2014 ਦੇ ਵਿੱਚ ਜਦੋਂ ਕੈਨੇਡੀਅਨ ਡਾਲਰ ਵੀ ਬੜਾ ਸਟਰੋਂਗ ਹੋ ਗਿਆ ਹੋਇਆ ਸੀ ਉਸ ਵੇਲੇ, ਅਮਰੀਕਨ ਇਕੋਨਮੀ ਖਾਸੀ ਉਦੋਂ ਡਾਵਾਡੋਲ ਹੋਈ ਹੋਈ ਸੀ ਕਿ ਕੈਨੇਡੀਅਨ ਪਰਿਵਾਰਾਂ ਦੀ ਆਮਦਨ, ਮੀਡੀਅਨ ਇਨਕਮ ਅਮਰੀਕਨ ਪਰਿਵਾਰਾਂ ਦੇ ਨਾਲੋਂ ਵੱਧ ਗਈ ਹੋਈ ਸੀ, ਪਰ ਉਹ ਟ੍ਰੈਂਡ ਹੁਣ ਦੁਬਾਰਾ ਤੋਂ ਰਿਵਰਸ ਹੋ ਗਿਆ ਹੋਇਆ ਜੀ। ਵਿਜੇ, ਜਦੋਂ ਵੀ ਅਸੀਂ ਕਿਸੇ ਦੋ ਦੇਸ਼ਾਂ ਨੂੰ ਕੰਪੇਅਰ ਕਰਦੇ ਹਾਂ, ਪਹਿਲਾਂ ਤਾਂ ਆਪਾਂ ਦੇਖਦੇ ਆਂਗੇ ਵੀ ਆਮ ਦੇਸ਼ਾਂ ਦੇ ਵਿੱਚ ਉਹਨਾਂ ਦੀ ਸਟੈਂਡਿੰਗ ਕੀ ਹੈ। ਦੇਖੋ, ਇਹ ਦੋ ਨਾਰਥ ਅਮਰੀਕਨ ਦੇਸ਼ ਨੇ, ਬਿਲਕੁਲ, ਦੋਨਾਂ ਦੇ ਵਿੱਚ ਬਹੁਤ ਕੁਝ ਸਾਂਝਾ ਹੈ। ਇਹ ਨੈਚੁਰਲ ਪਾਰਟਨਰ ਵੀ ਰਹੇ ਨੇ ਪਹਿਲਾਂ, ਸੋ ਔਰ ਮੇਰਾ ਖਿਆਲ ਹੈਗਾ ਵੀ ਲੋਕਾਂ ਦਾ ਕਲਚਰ, ਸੱਭਿਆਚਾਰ, ਸਾਰਾ ਕੁਝ ਤਕਰੀਬਨ ਸੇਮ ਹੈ ਜੀ, ਕੋਈ ਬਹੁਤਾ ਫਰਕ ਨਹੀਂ ਗਾ। ਜਦੋਂ ਅਸੀਂ ਦੇਖਦੇ ਆਂਗੇ ਵੀ ਫਰਕ ਕੀ ਹੈਗਾ, ਉਹਦੇ ਦੋ ਚੀਜ਼ਾਂ ਹੁੰਦੀਆਂ, ਇੱਕ ਇਕਨੋਮਿਕ ਇੰਡੀਕੇਟਰਸ ਹੁੰਦੇ ਨੇ ਜਿਹਦੇ ਵਿੱਚ ਤੁਹਾਡੀ ਤਨਖਾਹ ਆ ਜਾਂਦੀ ਹੈਗੀ, ਅਤੇ ਬਾਕੀ ਜਿਹੜੇ ਬਹੁਤ ਇੰਪੋਰਟੈਂਟ ਹੁੰਦੇ ਨੇ ਨਾ, ਉਹ ਹੁੰਦੇ ਨੇ ਸੋਸ਼ਲ ਇੰਡੀਕੇਟਰ, ਵੀ ਇਕਨੋਮਿਕਸ ਦੇ ਵਿੱਚ ਤੁਹਾਡੀ ਤਨਖਾਹ ਆ ਗਈ, ਤੁਹਾਡੀ ਜੋਬ ਕਿਹੋ ਜਿਹੀ ਹੈ, ਅਨਪਲੋਇਮੈਂਟ ਹੈ ਜਾਂ ਨਹੀਂ ਹੈ, ਤੁਹਾਡੀ ਇਕਨੋਮਿਕ ਮੋਬਿਲਿਟੀ ਹੈ ਕਿ ਨਹੀਂ ਹੈ, ਇਹ ਤਾਂ ਇਹਦੇ 'ਚ ਆ ਗਈ। ਨਾਲ ਹੁੰਦਾ ਹੈਲਥ, ਐਜੂਕੇਸ਼ਨ, ਲਾਈਫ ਐਕਸਪੈਕਟੈਂਸੀ, ਤੁਹਾਡੀਆਂ ਇਮੀਗ੍ਰੇਸ਼ਨ ਪਾਲਿਸੀਜ਼ ਕਿਹੋ ਜਿਹੀਆਂ, ਸੈਟਲਮੈਂਟ ਪਾਲਿਸੀਜ਼ ਕਿਹੋ ਜਿਹੀਆਂ ਨੇ ਜੀ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਵੀ 2014 ਦੇ ਵਿੱਚ ਜਿਹੜਾ ਅਮਰੀਕਾ ਸੀਗਾ ਉਹਦੇ ਵਿੱਚ ਇਹ ਚੀਜ਼ਾਂ ਸੀ, ਜਿਵੇਂ ਅਮਰੀਕਨ ਲੋਕ ਹੈ ਹੈਲਥ ਲਈ ਪੇ ਕਰਦੇ ਨੇ। ਕੈਨੇਡਾ ਦੇ ਵਿੱਚ ਘਰਾਂ ਦੇ ਜ਼ਰੂਰ ਮਹਿੰਗੇ ਸੀ, ਪਰ ਇੰਨੇ ਮਹਿੰਗੇ ਵੀ ਨਹੀਂ ਸੀਗੇ ਜੀ। ਉਹਦੇ ਨਾਲ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਇਹ ਕੈਨੇਡਾ ਦੇ ਵਿੱਚ ਜ਼ਿਆਦਾ ਸੀ। ਹਾਂਜੀ, ਇਮੀਗ੍ਰੇਸ਼ਨ ਪਾਲਿਸੀਆਂ ਬੜੀਆਂ ਸੌਫਟ ਸੀਗੀਆਂ, ਸੈਟਲਮੈਂਟ ਬੜੀ ਸੌਖੀ ਸੀ ਇੱਥੇ ਜੀ। ਇਹਦੇ ਨਾਲ ਹੀ ਕੀ ਸੀਗਾ, ਜਿਹੜੀ ਇਕਨੋਮਿਕ ਮੋਬਿਲਿਟੀ ਹੈ ਉਹ ਵੀ ਸੀ। ਇਕਨੋਮਿਕ ਮੋਬਿਲਿਟੀ ਕੀ ਹੈ ਵੀ ਇੱਕ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਆ ਉਸ ਤੋਂ ਅੱਗੇ ਜਾਂਦੀ ਹੈ ਕਿ ਨਹੀਂ ਜਾਂਦੀ, ਹਾਂਜੀ, ਜਿਹਨੂੰ ਕੈਚਅਪ ਕਹਿੰਦੇ ਆਪਾਂ ਜੀ। ਵੀ ਇੱਕ ਜਨਰੇਸ਼ਨ ਜਿਹੜੀ ਇਸ ਵੇਲੇ ਫਰਜ਼ ਕਰੋ ਉਹ $30,000 ਪਰ ਐਨਮ ਉਹਦੀ ਇਨਕਮ ਹੈ, ਹਾਂਜੀ, ਜਿਹੜੀ ਅਗਲੀ ਕਲਾਸ ਆ ਉਹਦੀ 50,000 ਹੈ। 30,000 ਵਾਲੇ 50,000 'ਚ ਕਦੋਂ ਪਹੁੰਚਦੇ ਨੇ, ਜੀ ਅਗਲੀ ਜਨਰੇਸ਼ਨ ਪਹੁੰਚ ਰਹੀ ਹੈ ਕਿ ਨਹੀਂ ਜੀ। ਉਹ ਫਾਸਟ ਸੀ ਕੈਨੇਡਾ ਦੇ ਵਿੱਚ 2014 ਦੇ ਵਿੱਚ। ਹੁਣ ਜਿਹੜੀ ਗੱਲ ਹੈ ਉਹ ਕਹਿੰਦੇ ਵੀ ਰਿਵਰਸ ਹੋ ਗਈ ਹੈ। ਇਹਦੇ ਨਾਲ ਜਿਹੜੀਆਂ ਹੋਰ ਚੀਜ਼ਾਂ ਵੀ ਸੀਗੀਆਂ, ਜਿਵੇਂ ਅਮਰੀਕਨ ਸੋਸਾਇਟੀ ਇੱਕ ਡਿਵਾਈਡਡ ਸੋਸਾਇਟੀ ਹੈ ਜੀ, ਇਹ ਬੜਾ ਵੱਡਾ ਇੱਕ ਸੋਸ਼ਲ ਇੰਪੈਕਟ ਇਹਦਾ ਬਹੁਤ ਪੈਂਦਾ ਹੈਗਾ ਜੀ। ਕੈਨੇਡੀਅਨ ਸੋਸਾਇਟੀ ਉਸ ਕਿਸਮ ਦੀ ਡਿਵਾਈਡਡ ਸੋਸਾਇਟੀ ਨਹੀਂ ਸੀਗੀ, ਠੀਕ ਹੈ, ਥੋੜ੍ਹੇ ਬਹੁਤ ਇਸ਼ੂ ਸੀਗੇ, ਪੋਲਰਾਈਜੇਸ਼ਨ ਨਹੀਂ ਸੀਗੀ, ਫਸਟ ਜਨਰੇਸ਼ਨ ਦੇ ਅਬੋਰੀਜਨਲ ਦੇ ਇਸ਼ੂ ਹੈ, ਇਮੀਗ੍ਰੈਂਟਸ ਦੇ ਵੀ ਇਸ਼ੂ ਹੈ, ਪਰ ਉਸ ਕਿਸਮ ਦੀ ਪੋਲਰਾਈਜੇਸ਼ਨ ਨਹੀਂ ਸੀ ਜੋ ਅਮਰੀਕਾ ਦੇ ਵਿੱਚ ਸੀਗੀ, ਵਾਈਟ ਤੇ ਬਲੈਕ ਦੇ ਵਿੱਚ। ਜਾਂ ਉਸ ਤੋਂ ਬਾਅਦ ਫਿਰ ਡੋਨਾਲਡ ਟਰੰਪ ਨੇ ਤਾਂ ਉਹਨੂੰ ਬਿਲਕੁਲ ਹੀ ਸਾਹਮਣੇ ਲਿਆਂਦਾ ਸੀ ਨਾ ਜੀ, ਵੀ ਜਿਹੜਾ ਸੈਂਟਰਲ ਅਮਰੀਕਾ ਉਹ ਇੱਕ ਪਾਸੇ ਹੋ ਗਿਆ ਸੀਗਾ, ਦੂਜਾ ਇੱਕ ਪਾਸੇ। ਇਲੈਕਸ਼ਨ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਵੀ ਜਿਹੜੇ ਮੈਟਰੋਪੋਲੀਟਨ ਜਾਂ ਕੋਸਟਲ ਏਰੀਆਜ਼ ਨੇ ਉੱਥੇ ਨੀਲਾ ਦਿਸਦਾ ਸੀਗਾ ਇਲੈਕਸ਼ਨ ਤੇ ਸਾਰਾ ਜਿਹੜਾ ਅੰਦਰਲਾ ਅਮਰੀਕਾ ਉਹ ਲਾਲ ਹੋ ਗਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਉਸ ਵੇਲੇ ਜਿਹੜੀਆਂ ਸੀ, ਕੈਨੇਡਾ ਨਾਲੋਂ ਐਂ ਲੱਗ ਰਿਹਾ ਸੀਗਾ ਵੀ ਠੀਕ ਨਹੀਂ, ਕੈਨੇਡਾ ਉਸ ਤੋਂ ਬਿਹਤਰ ਹੈ। ਸੋ ਦਿਸ ਵਾਸ 10 years ago, ਪਰ ਹੁਣ ਜੇ ਆਲਮੋਸਟ 9-10 ਸਾਲ ਪਹਿਲਾਂ 2014, ਹੁਣ ਜੇ ਫਾਸਟ ਫਾਰਵਰਡ ਕਰਦੇ ਹਾਂ ਡਾਕਟਰ ਸਾਹਿਬ, ਕਿ ਹੁਣ ਜੇ ਮੀਡੀਅਨ ਇਨਕਮ ਦੇ ਲਿਹਾਜ਼ ਨਾਲ ਵੇਖੀਏ ਤਾਂ ਕੈਨੇਡੀਅਨ ਫੈਮਿਲੀ ਮੀਡੀਅਨ ਇਨਕਮ ਦੇ ਪੱਖੋਂ ਅਮਰੀਕਨ ਫੈਮਿਲੀ ਤੋਂ ਕਿੰਨੇ $1,000 ਪਰ ਈਅਰ ਪਛੜਦੀ ਪਈ ਆ? ਦੇਖੋ, ਜਿਹੜੇ ਸਾਡੇ ਕੋਲ ਅੰਕੜੇ ਆਏ ਹੈ ਕਿ ਉਹਦੇ ਵਿੱਚ ਹੈ ਵੀ ਆਫਟਰ ਟੈਕਸ ਇਨਕਮ ਹੈ ਜਿਹੜੀ, ਇਹ ਕੈਨੇਡਾ ਦੇ ਵਿੱਚ $68,400 ਹੈ ਐਵਰੇਜ, ਓਕੇ, ਤੇ ਅਮਰੀਕਾ ਦੇ ਵਿੱਚ 88,200। ਤੇ ਇਹ 88,000 ਵੀ ਕਨਵਰਟ ਕਰਕੇ ਕੈਨੇਡੀਅਨ ਡਾਲਰ ਦੇ ਵਿੱਚ ਕਨਵਰਟ ਕਰਕੇ ਹੈ। ਹਾਂ, ਪਰ ਵਿਜੇ ਇਹਦੇ ਵਿੱਚ ਮੈਂ ਇੱਕ ਥੋੜ੍ਹੀ ਜਿਹੀ ਕੈਵੀਐਟ ਲੈਣਾ ਚਾਹੁੰਦਾ ਹੈਗਾ, ਉਹ ਇਹ ਹੈਗੀ ਵੀ ਕਈ ਵਾਰੀ ਆਪਾਂ ਜਦੋਂ ਐਵਰੇਜ ਇਨਕਮ ਦੇਖ ਲੈਂਦੇ ਹਾਂ ਨਾ, ਜਾਂ ਮੀਡੀਅਨ ਇਨਕਮ ਵੀ ਦੇਖ ਲੈਂਦੇ ਹਾਂ ਜੀ, ਇਹ ਕਈ ਵਾਰੀ ਰਿਪਰੈਜ਼ੈਂਟੇਟਿਵ ਉਨੀ ਨਹੀਂ ਹੁੰਦੀ ਗੀ। ਇਹਦੇ ਨਾਲ ਇਨਕੁਐਲਿਟੀਜ਼ ਆ ਜਿਹੜੀ ਵੇਰੀਏਸ਼ਨ ਕਿੰਨੀ ਹੈ, ਇਹ ਬਹੁਤ ਇੰਪੋਰਟੈਂਟ ਹੁੰਦੀ ਹੈ ਜੀ। ਹੁਣ ਵੇਰੀਏਸ਼ਨ ਨੂੰ ਫਿਰ ਅਸੀਂ ਇਨਕੁਐਲਿਟੀਜ਼ ਕਹਿੰਦੇ ਹਾਂ। ਇਨਕੁਐਲਿਟੀਜ਼ ਸੀ ਜਿਹੜੀਆਂ ਇਹ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਸੀ ਪਹਿਲਾਂ। ਅੱਛਾ ਜੀ। ਹੁਣ ਥੋੜ੍ਹੀ ਜਿਹੀ ਅੰਕੜੇ ਆ ਰਹੇ, ਇਹਦੀ ਵੀ ਬਹੁਤ ਵੱਡੀ ਚੇਂਜ ਆ ਗਈ ਇਹਦੇ ਵਿੱਚ। ਹੁਣ ਥੋੜ੍ਹੀ ਜਿਹੀ ਆ ਰਿਹਾ ਵੀ ਟਰੈਂਡ ਹੈ ਜਿਹੜਾ ਰਿਵਰਸ ਹੋ ਗਿਆ ਹੈਗਾ ਅਮਰੀਕਾ ਦੇ ਵਿੱਚ, ਵੀ ਇਨਕੁਐਲਿਟੀਜ਼ ਘਟਣ ਲੱਗ ਗਈਆਂ। ਜੇ ਮੈਂ ਤੁਹਾਨੂੰ ਅੰਕੜਾ ਦੇਵਾਂ ਤਾਂ ਤੁਸੀਂ ਦੇਖੋਗੇ ਵੀ 1% ਲੋਕ ਅਮਰੀਕਾ ਦੇ ਵਿੱਚ 90% ਵੈਲਥ ਨੂੰ ਓਨ ਕਰਦੇ ਨੇ। ਜਿਹੜੇ ਵਾਲਮਾਰਟ ਦੇ ਜਿਹੜੇ ਬੱਚੇ ਸੀਗੇ, ਜਿਹੜੇ ਲੀਗਲ ਹਾਇਰ ਸੀਗੇ, ਉਹ ਦੇਖੋ ਤੁਸੀਂ ਵੀ 6 ਨੇ ਉਹ। ਉਹਨਾਂ ਕੋਲੇ ਕਿੰਨੀ ਵੱਡੀ ਇਨਕਮ ਸੀਗੀ ਜਦੋਂ ਆਈ, 41% ਤਕਰੀਬਨ ਉਹਨਾਂ ਕੋਲੇ ਸੀ। ਸੋ ਇਹ ਬਹੁਤ ਵੱਡੀ ਇੱਕ ਜਿਹਨੂੰ ਲੋਪਸਾਈਡਡ ਇਨਕਮ ਡਿਸਟਰੀਬਿਊਸ਼ਨ ਕਹਿੰਦੇ ਆ ਜਾਂ ਵੈਲਥ ਡਿਸਟਰੀਬਿਊਸ਼ਨ ਕਹਿੰਦੇ ਆ, ਕਿਉਂਕਿ ਵੈਲਥ ਤੋਂ ਇਨਕਮ ਆਉਣੀ ਹੈ। ਹਾਂਜੀ, ਜੇ ਹੁਣ ਘਰ ਹੈ ਉਹਨੂੰ ਰੈਂਟ ਕਰਦੇ ਤੁਹਾਡੇ ਕੋਲ ਇਨਕਮ ਆਉਣੀ ਹੈ। ਬਿਲਕੁਲ। ਸੋ ਅਸੀਂ ਇਹ ਕਹਿੰਦੇ ਹੁੰਦੇ ਹਾਂ ਵੀ ਵੈਲਥ ਹੈ ਜਿਹੜਾ ਅਸੈਟ ਹੈ, ਤੇ ਇਨਕਮ ਹੈ ਜਿਹੜਾ ਫਲੋ ਆ ਉਸ ਤੋਂ। ਜੀ ਬਿਲਕੁਲ, ਯੈਸ, ਉਹ ਫਲੋ ਹੈ ਜੀ। ਹੁਣ ਉਹ ਜਿਹੜੀ
ਦੋਨਾਂ ਦੇਸ਼ਾਂ ਦੇ ਵਿੱਚ ਇਹ ਸਮੱਸਿਆ ਹੈਗੀ ਬਣੀ ਹੋਈ। ਹੂੰ। ਅਮਰੀਕਾ ਦੇ ਵਿੱਚ ਥੋੜ੍ਹੀ ਜਿਹੀ ਰਿਵਰਸ ਹੋਈ ਹੈ, ਅਤੇ ਜਿਮ ਸਟੈਨਫੋਰਡ ਇਹ ਵੀ ਕਹਿੰਦੇ ਹੈਗੇ ਵੀ ਕੈਨੇਡਾ ਦੇ ਵਿੱਚ ਵੀ ਥੋੜ੍ਹੀ ਜਿਹੀ ਰਿਵਰਸ ਹੋਈ ਹੈ। ਜਿਹੜੀ ਇਨਕਮ ਇਨਕੁਐਲਿਟੀ ਹੈ ਇਹ ਘਟੀ ਹੈ, ਪਰ ਬਹੁਤ ਵੱਡੇ ਪੱਧਰ 'ਤੇ ਕੋਈ ਫਰਕ ਨਹੀਂ ਪਿਆ ਗਾ। ਜੇ ਆਪਾਂ ਕਹਿ ਦਈਏ ਵੀ ਇਹਦੇ ਨਾਲ ਕੋਈ ਬਹੁਤ ਜਿਹੜੇ ਛੋਟੇ ਨੇ ਉਹਨਾਂ ਨੂੰ ਫਰਕ ਪੈ ਜਾਊਗਾ। ਮੈਂ ਡਾਕਟਰ ਸਾਹਿਬ ਪੜ੍ਹਦਾ ਸੀ ਵੀ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਤਾਂ ਇੱਕ ਇਹ ਬਣ ਗਈ ਹੋਈ ਹੈ ਕਿ ਜਿਹੜੇ ਕੋਈ ਹੋਰਨਾਂ ਮੁਲਕਾਂ ਤੋਂ ਪ੍ਰੋਫੈਸ਼ਨਲਜ਼ ਆਉਂਦੇ ਨੇ, ਡਾਕਟਰਸ ਹੋਏ, ਲਾਇਰਸ ਹੋਏ, ਇੰਜੀਨੀਅਰਸ ਹੋਏ, ਕੋਈ ਕਿਸੇ ਹੋਰ ਫੀਲਡ ਵਾਲੇ ਆਏ, ਕਿ ਉਹਨਾਂ ਦੀ ਕੈਨੇਡਾ ਦੇ ਵਿੱਚ ਇੱਕ ਨਵੇਂ ਆਏ ਜਿਹੜੀ ਫਸਟ ਜਨਰੇਸ਼ਨ ਲੈਂਡ ਕਰਦੀ ਹੈ ਇੱਥੇ, ਉਹਨਾਂ ਦੀ ਜ਼ਿੰਦਗੀ ਦਾ ਇੱਕ ਸਿਗਨੀਫਿਕੈਂਟ ਹਿੱਸਾ ਤਾਂ ਇਸੇ ਜੱਦੋ ਜਹਿਦ ਦੇ ਵਿੱਚ ਨਿਕਲ ਜਾਂਦਾ ਕਿ ਉਹ ਇੱਥੇ ਵੀ ਉਹੀ ਲੈਵਲ ਆਫ ਸਕਸੈਸ ਅਚੀਵ ਕਰ ਸਕਣ ਜਿਹੜਾ ਉਹਨਾਂ ਨੇ ਆਪਣੀ ਹੋਮ ਕੰਟਰੀ ਦੇ ਵਿੱਚ ਅਚੀਵ ਕਰ ਲਿਆ ਹੋਇਆ ਸੀ। ਇਹ ਕੈਨੇਡਾ ਦੇ ਵਿੱਚ ਇੱਕ ਸਭ ਤੋਂ ਵੱਡਾ ਰੋਡ ਬਲਾਕ ਬਣਿਆ ਜੀ ਇਸ ਵੇਲੇ। ਦੇਖੋ ਵਿਜੇ, ਗੱਲ ਇਹ ਹੈ ਵੀ ਜਦੋਂ ਇਕਨੋਮਿਕ ਮੋਬਿਲਿਟੀ ਦੀ ਆਪਾਂ ਇਹੀ ਗੱਲ ਕਰ ਰਹੇ ਹਾਂ ਨਾ, ਹੁਣ ਇੱਥੇ ਆ ਕੇ ਬੰਦਾ ਸਟਰਗਲ ਕਰਦਾ ਹੈ ਬਹੁਤ, ਮਤਲਬ ਜਿਹੜਾ ਕੋਈ ਡਾਕਟਰ ਆ ਜਾਂਦਾ, ਕੋਈ ਕੁਛ ਆ ਜਾਂਦਾ, ਇੱਥੇ ਆ ਕੇ ਇੱਕ ਵਾਰੀ ਜ਼ੀਰੋ ਹੋ ਜਾਂਦਾ ਹੈਗਾ ਜੀ, ਫਿਰ ਉਹ ਸਟਰਗਲ ਕਰਦਾ ਹੈਗਾ। ਉਹਦੀ ਇੱਕ ਐਕਸਪੈਕਟੇਸ਼ਨ ਇਹ ਹੁੰਦੀ ਹੈ ਵੀ ਜਿਹੜੀ ਮੇਰੀ ਨੈਕਸਟ ਜਨਰੇਸ਼ਨ ਹੈ ਨਾ, ਜਿਹੜੀ ਉਹ ਇਕਨੋਮਿਕਲੀ ਮੋਬਾਈਲ ਹੋਊਗੀ ਤੇ ਉਹ ਕੈਚਅਪ ਕਰ ਜੂਗੀ ਬਾਕੀ ਨਾਲ ਜੀ। ਹੁਣ ਉਹ ਕੈਚਅਪ ਕਰ ਵੀ ਰਹੇ ਸੀਗੇ, ਪਰ ਇਸ ਵੇਲੇ ਜਿਹੜੇ ਸਾਡੇ ਕੋਲ ਥੋੜ੍ਹੀ ਜਿਹੀ ਇੰਡੀਕੇਸ਼ਨ ਆ ਰਹੀਆਂ ਹੈ ਵੀ ਜਿਹੜੀ ਨੈਕਸਟ ਜਨਰੇਸ਼ਨ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈ ਵੀ ਨੈਕਸਟ ਜਨਰੇਸ਼ਨ ਸ਼ਾਇਦ ਕੈਚਅਪ ਨਾ ਕਰ ਸਕੇ ਜੀ, ਜਿਸ ਪਾਸੇ ਵੱਲ ਨੂੰ ਕੈਨੇਡਾ ਜਾ ਰਿਹਾ ਹੈਗਾ ਜੀ। ਔਰ ਇਹਦੀਆਂ ਇੰਪਲੀਕੇਸ਼ਨਸ ਬਹੁਤ ਹੈ ਜੀ। ਇਹਦੀਆਂ ਇੰਪਲੀਕੇਸ਼ਨਸ ਇੱਕ ਤਾਂ ਇਹ ਹੈ ਵੀ ਪ੍ਰੋਫੈਸ਼ਨਲ ਉਹਨੂੰ ਹਟਣਗੇ, ਰਾਈਟ। ਜੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਵੀ ਕੈਨੇਡਾ ਦੇ ਵਿੱਚ ਪਹਿਲਾਂ ਤਾਂ ਅਸੀਂ ਤਾਂ ਜਾ ਕੇ ਔਖੇ ਹੋਵਾਂਗੇ, 4-5 ਸਾਲ 7 ਸਾਲ 10 ਸਾਲ ਸੈਟਲ ਹੋਣ ਨੂੰ ਲੱਗਣਗੇ, ਇਸ ਆਸ 'ਚ ਕੋਈ ਸਾਡੀ ਜਿਹੜੀ ਅਗਲੀ ਜਨਰੇਸ਼ਨ ਬੈਟਰ ਕਰੂਗੀ, ਮਜ਼ਬੂਤ ਫਾਈਨੈਂਸ਼ੀਅਲੀ ਅੱਗੇ ਬੱਚਿਆਂ ਨੇ ਵੀ ਨਹੀਂ ਹੋ ਸਕਣਾ। ਜੇ ਹੁਣ ਲੱਗਦਾ ਵੀ ਅਗਲਾ ਵੀ ਨਹੀਂ ਹੋਣਾ, ਮੈਂ ਆਪਣਾ ਸਾਰਾ ਕੁਝ ਛੱਡ ਕੇ ਆ ਰਿਹਾ, ਉਹਦੇ ਵਿੱਚ ਜਿਹੜੇ ਹਾਈਲੀ ਸਕਿਲਡ ਵਰਕਰਸ ਨੇ, ਜਿਹੜੀ ਸ਼ਾਰਟੇਜ ਵੀ ਆ ਰਹੀ ਹੈ ਕੈਨੇਡਾ ਦੇ ਵਿੱਚ ਜੀ। ਹੁਣ ਇਹ ਰੀਜ਼ਨ ਨੂੰ ਆਇਡੈਂਟੀਫਾਈ ਕੈਨੇਡੀਅਨ ਗੌਰਮੈਂਟ ਮੈਨੂੰ ਨਹੀਂ ਲੱਗਦਾ ਕਰ ਰਹੀ ਹੈ ਜੀ ਜੀ। ਉਹਦੇ ਨਾਲ ਫਿਰ ਇਮੀਗ੍ਰੇਸ਼ਨ ਦੇ ਉੱਪਰ ਵੀ ਅਸਰ ਪਊਗਾ। ਟੋਟਲ ਇਮੀਗ੍ਰੈਂਟਸ, ਮੈਂ ਇਹ ਨਹੀਂ ਕਹਿੰਦਾ ਵੀ ਬੰਦ ਹੀ ਹੋ ਜਾਣਗੇ, ਕੁਆਂਟੀਟੀ ਤੇ ਕੁਆਲਿਟੀ ਦੋਨਾਂ ਦਾ ਅਸਰ ਪਊਗਾ, ਕੁਆਲਿਟੀ ਤੇ ਥੋੜਾ ਜਿਹਾ ਅਸਰ ਪੈ ਸਕਦਾ ਹੈਗਾ। ਹੁਣ ਇੰਟਰਨੈਸ਼ਨਲ ਸਟੂਡੈਂਟ ਦੇਖੋ ਆਸਟ੍ਰੇਲੀਆ ਵੱਲ ਨੂੰ ਚੱਲ ਪਏ ਹੈਗੇ, ਸੋ ਇਹਦੇ ਨਾਲ ਹੀ ਕੁਝ ਗੱਲਾਂ ਹੋਰ ਵੀ ਨੇ ਵੀ ਜਿਹੜੀਆਂ ਜੁੜੀਆਂ ਹੋਈਆਂ ਨੇ। ਜਿਹੜੀ ਡਾਕਟਰ ਸਾਹਿਬ, ਜਿਹੜੀ ਆਪਾਂ ਹੁਣ ਪਹਿਲਾਂ ਗੱਲ ਕਰਦੇ ਸੀ ਵੀ ਕੈਨੇਡਾ ਦੇ ਵਿੱਚ ਹੁਣ ਜਿਹੜੀ ਪਰਿਵਾਰਾਂ ਦੀ ਮੀਡੀਅਨ ਇਨਕਮ ਹੈ, ਅਮਰੀਕਾ ਤੋਂ ਅਸੀਂ ਹੁਣ ਦੁਬਾਰਾ ਤੋਂ ਪਛੜਨੇ ਸ਼ੁਰੂ ਹੋ ਗਏ ਹਾਂ। 10 ਸਾਲ ਪਹਿਲਾਂ ਅਸੀਂ ਸਰਪਾਸ ਕਰ ਗਏ ਸੀ। ਘਰਾਂ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਇੱਕਦਮ ਵਾਧਾ ਹੋਇਆ, ਇਹ ਜਿਹੜੀ ਸਟੱਡੀ ਹੈ ਇਹਦੇ ਵਿੱਚ ਉਹਦਾ ਵੀ ਜ਼ਿਕਰ ਕੀਤਾ ਹੋਇਆ ਵੀ ਜਿਹੜੀ ਹਾਊਸਿੰਗ ਪ੍ਰਾਈਸਿਸ ਦੇ ਵਿੱਚ ਇੱਕਦਮ ਐਕਸੈਲਰੇਸ਼ਨ ਹੋਈ ਆ, ਉਹਨੇ ਇਕੋਨਮੀ ਦੇ ਉੱਪਰ ਜਾਂ ਲੋਕਾਂ ਦੀ ਜਿਹੜੀ ਇਕਨੋਮਿਕ ਸਮਰੱਥਾ ਉਹਦੇ ਉੱਪਰ ਅਸਰ ਪਾਇਆ ਜੀ, ਨੈਗੇਟਿਵ ਇੰਪੈਕਟ। ਵਿਜੇ, ਇੱਕ ਵੱਡਾ ਫੈਕਟਰ ਹੈ ਜੀ, ਕਿਉਂਕਿ ਜਿਹੜੀ ਆਪਾਂ ਪੇ ਕਰਦੇ ਹਾਂ, ਜਿਹੜਾ ਜਿੰਨਾ ਵੀ ਸਾਡੀ ਡਿਸਪੋਜ਼ੇਬਲ ਇਨਕਮ ਹੈ, ਆਫਟਰ ਟੈਕਸ ਇਨਕਮ ਹੈ ਜਿਹੜੀ, ਜਦੋਂ ਆਪਾਂ ਉਹਨੂੰ ਖਰਚ ਕਰਦੇ ਹਾਂਗੇ ਤਾਂ ਆਮ ਤੌਰ 'ਤੇ ਇਹ ਹੁੰਦਾ ਵੀ 30% ਤੁਹਾਡਾ ਹਾਊਸਿੰਗ ਕਾਸਟ ਚਾਹੀਦੀ ਹੈ। ਚਾਹੇ ਆਪਾਂ ਬੈਂਚ ਮਾਰਕ ਇਹ ਹੈ, ਚਾਹੇ ਆਪਾਂ ਉਹਦੇ 'ਚ ਮੌਰਗੇਜ ਪੇ ਕਰਦੇ ਹਾਂ, ਚਾਹੇ ਆਪਾਂ ਰੈਂਟ ਪੇ ਕਰਦੇ ਹਾਂ ਜੀ। ਹੁਣ ਤੁਹਾਨੂੰ ਜੇ ਮੈਂ ਦੱਸਾਂ ਵੀ 18% ਜਿਹੜੇ ਲੋਕ ਹੈ ਰੈਂਟਰ ਨੇ, ਜਿਹੜੇ ਰੈਂਟ ਕਰਦੇ ਨੇ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ, ਉਹ 50% ਤੋਂ ਵੱਧ ਆਪਦੀ ਇਨਕਮ ਹੈ ਜਿਹੜੀ ਰੈਂਟ 'ਤੇ ਦੇ ਰਹੇ ਨੇ ਜੀ। 40% ਲੋਕ ਨੇ ਜਿਹੜੇ ਉਹ 30% ਤੋਂ ਵੱਧ ਜਿਹੜੀ ਹੈਗੀ ਆਪਣੀ ਇਨਕਮ ਉਹ ਹਾਊਸਿੰਗ ਕਾਸਟ ਹੈ, ਸ਼ੈਲਟਰ ਕਾਸਟ ਹੈ ਜਿਹੜੀ ਉਹਦੀ ਹੈਗੀ ਹੈ। ਹੁਣ ਇਹਦੇ ਵਿੱਚ ਅਗਲੀ ਗੱਲ ਦੇਖੀ ਜਾਵੇ ਤਾਂ ਜਿਹੜਾ ਹਾਊਸ ਹੋਲਡ 'ਤੇ ਜਿਹੜਾ ਮੌਰਗੇਜ ਡੈਟ ਦੀ ਰੇਸ਼ੋ ਹੁੰਦੀ ਹੈ ਕੈਨੇਡਾ ਦੇ ਵਿੱਚ, ਯਾਨੀ ਜੇ ਤੁਸੀਂ $1 ਅਰਨ ਕਰਦੇ ਹੋ ਤੇ ਕਿੰਨੇ ਤੁਹਾਡੇ ਤੇ ਕਰਜ਼ਾ ਹੈ। ਕੈਨੇਡਾ ਦੇ ਵਿੱਚ $1 ਪਿੱਛੇ $1 ਤੇ 85 ਸੈਂਟ ਹੋ ਗਿਆ ਕਰਜ਼ਾ ਜੀ। 2014 ਦੇ ਵਿੱਚ ਇਹ $1 ਤੇ 70 ਸੈਂਟ ਸੀਗਾ, ਰਾਈਟ। ਇੱਕ ਤਾਂ ਇਹ ਹੈ। ਦੂਸਰੀ ਗੱਲ ਇਹ ਹੈਗੀ ਵੀ US ਦੇ ਵਿੱਚ ਜੇ ਆਪਾਂ ਲਈਏ 1984 ਤੋਂ ਲੈ ਕੇ 2022 ਤੱਕ ਦਾ ਅੰਕੜਾ ਮੇਰੇ ਕੋਲ ਹੈ ਵੀ ਹਾਊਸਿੰਗ ਪ੍ਰਾਈਸ ਕਿਵੇਂ ਵਧੇ ਤੇ ਇਨਕਮ ਕਿਵੇਂ ਵਧੀ। ਹਾਂਜੀ, US ਦੇ ਵਿੱਚ 107% ਹਾਊਸ ਪ੍ਰਾਈਸਿਸ ਵਧੇ। ਸੋ ਕਿਹੜੇ ਸਾਲ ਤੋਂ ਕਿਹੜੇ ਸਾਲ? 84 ਤੋਂ ਲੈ ਕੇ 22 ਤੱਕ। ਅੱਛਾ ਜੀ, 1984 ਤੋਂ ਲੈ ਕੇ 2022 ਤੱਕ ਜੀ। ਇਨਕਮ ਵਧੀ 27%। ਓਕੇ, 107% ਹਾਊਸਿੰਗ ਦੀ ਕਾਸਟ ਤੇ ਇਨਕਮ 27% ਵਧੀ। ਅੱਛਾ ਜੀ। ਹੁਣ ਕੈਨੇਡਾ ਦਾ ਅੰਕੜਾ ਜਿਹੜਾ ਇਹ ਇਸ ਤੋਂ ਵੀ ਖਤਰਨਾਕ ਕਿਸਮ ਦਾ ਅੰਕੜਾ ਹੈ ਜੀ। ਕੈਨੇਡਾ ਦੇ ਵਿੱਚ ਇਨਕਮ ਤਾਂ 27% ਹੀ ਵਧੀ ਹੈ। ਅੱਛਾ ਜੀ। ਤੇ ਹਾਊਸਿੰਗ ਕਾਸਟ 294%। ਓ ਜੀ, ਸੋ ਉਹਦਾ ਇੰਪੈਕਟ ਸਿੱਧੇ ਸਿੱਧੇ ਤੌਰ ਤੇ ਇਹ ਹੁਣ ਹੈ। ਹਾਂ, ਜਦੋਂ ਕਿ ਹਾਊਸਿੰਗ ਕਾਸਟ ਘਟ ਗਈਆਂ 2022 ਦੇ ਵਿੱਚ ਆ ਕੇ। ਦੈਟਸ ਟਰੂ। 2021 ਦੇ ਵਿੱਚ ਇਹ 326% ਸੀ। ਸੋ ਹਾਊਸਿੰਗ ਕਾਸਟ ਵਿਚਲਾ ਵਾਧਾ 1984 ਤੋਂ ਲੈ ਕੇ 2021 ਤੱਕ 326% 326%, ਇਨਕਮ ਦਾ 27%। ਹੁਣ ਇਹਦੇ ਨਾਲ ਕੀ ਹੈ ਜਿਹੜਾ, ਇਹ ਇੱਕ ਤਾਂ ਵੱਡੀ ਗੱਲ ਹੋ ਗਈ ਜੀ। ਦੂਸਰੀ ਜਿਹੜੀ ਗੱਲ ਮੈਂ ਇਹਦੇ ਨਾਲ ਜੁੜਦੀ ਕਰਨੀ ਚਾਹੁੰਦਾ, ਤੁਸੀਂ ਜਿਵੇਂ ਜ਼ਿਕਰ ਕੀਤਾ ਇਮੀਗ੍ਰੇਸ਼ਨ ਦਾ। ਹਾਂਜੀ, ਜਿਹੜੀ ਸਾਡੀ ਪਾਲਿਸੀ ਹੈ ਇਮੀਗ੍ਰੇਸ਼ਨ ਦੀ, ਇਹ ਜੇ ਆਪਾਂ 2014 ਦੇ ਵਿੱਚ ਲਿਖੇ ਕਿਤੇ ਵੀ ਸਟੇਬਿਲਿਟੀ ਨਹੀਂ ਇਹਦੇ 'ਚ।
ਕਦੇ ਕਦੇ ਕੁਛ ਕਰ ਰਹੇ ਆ, ਕਦੇ ਕੁਛ ਕਰ ਰਹੇ ਆ। ਹੁਣ ਦੇਖੋ ਤੁਸੀਂ TR to PR ਸੀ, PR ਹੁੰਦਾ ਹਾਂਜੀ TR to PR ਦੇ ਜਿਹੜੇ ਪੁਆਇੰਟਸ ਬਣਦੇ ਨੇ, ਕਿਸੇ ਵੇਲੇ ਤਾਂ 500 ਪੁਆਇੰਟ ਹੁੰਦਾ ਹੈ ਜੀ, ਕਿਸੇ ਵੇਲੇ ਉਹਨੂੰ ਘਟਾ ਕੇ ਅਸੀਂ 75 ਕਰ ਦਿੰਦੇ ਹਾਂ ਜੀ। ਬਿਲਕੁਲ। ਜਦੋਂ ਇਹ ਜਿਹੜੀ ਡਾਵਾਡੋਲ ਸਥਿਤੀ ਹੈ, ਉਹ ਪਤਾ ਹੀ ਨਹੀਂ ਲੱਗ ਰਿਹਾ ਕਿ ਜਿਹੜਾ ਸਾਡਾ ਇਮੀਗ੍ਰੈਂਟ ਹੈ, ਸਾਡੇ ਕੋਲ ਕੋਈ ਲੌਂਗ ਟਰਮ ਪਾਲਿਸੀ ਇਮੀਗ੍ਰੇਸ਼ਨ ਦੀ ਹੈ ਨਹੀਂ ਜੀ। ਇਹਦੇ ਨਾਲ ਹੀ ਜਿਹੜੀ ਹਾਊਸਿੰਗ ਦੀ ਤੁਸੀਂ ਗੱਲ ਕੀਤੀ ਹੈ, ਹਾਊਸਿੰਗ ਪਾਲਿਸੀ ਹੈ ਜਿਹੜੀ ਸਾਡੀ, ਤੇ ਜਾਂ ਹੈਲਥ ਪਾਲਿਸੀ ਹੈ, ਜਾਂ ਸਾਡੀਆਂ ਹੋਰ ਵੀ ਕੋਈ ਪਾਲਿਸੀਜ਼ ਨੇ, ਆਫਟਰ ਆਲ ਤਾਂ ਪਾਪੂਲੇਸ਼ਨ ਲਈ ਹੈ ਨਾ। ਹਾਂਜੀ। ਜੇ ਅਸੀਂ ਪਾਪੂਲੇਸ਼ਨ ਵਧਾਉਂਦੇ ਹਾਂ ਤਾਂ ਸਾਡੀਆਂ ਪਾਲਿਸੀਜ਼ ਦੀ ਅਲਾਈਨਮੈਂਟ ਇਮੀਗ੍ਰੇਸ਼ਨ ਦੇ ਨਾਲ ਹੋਣੀ ਚਾਹੀਦੀ ਹੈ। ਬਿਲਕੁਲ। ਵੀ ਜੇ ਇਮੀਗ੍ਰੈਂਟਸ ਆ ਰਹੇ ਤਾਂ ਹਾਊਸਿੰਗ ਵੀ ਸਾਡੀ ਵਧੇ। ਬਿਲਕੁਲ। ਜੇ ਇਮੀਗ੍ਰੇਸ਼ਨ ਆ ਰਿਹਾ ਤਾਂ ਸਾਡਾ ਸਕੂਲਸ ਵੀ ਵਧਣ, ਇਮੀਗ੍ਰੇਸ਼ਨ ਹੋ ਰਹੀ ਹੈ ਤਾਂ ਸਾਡੇ ਜਿਹੜੇ ਹੈਲਥ ਕੇਅਰ ਸਿਸਟਮ ਵੀ ਵਧੇ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਸਕੂਲ ਦੇ ਵਿੱਚ ਵੀ ਪ੍ਰੋਬਲਮ, ਹੈਲਥ ਕੇਅਰ ਦੇ ਵਿੱਚ ਵੀ ਪ੍ਰੋਬਲਮ ਹੈ, ਇਮੀਗ੍ਰੇਸ਼ਨ ਧੜਾ ਅਸੀਂ ਲੈ ਵੀ ਰਹੇ ਹੈਗੇ। ਹੁਣ ਇਮੀਗ੍ਰੇਸ਼ਨ ਲੈਣੀ ਹੈ ਕਿ ਨਹੀਂ ਲੈਣੀ ਜੀ? ਮੈਂ ਇਸ ਗੱਲ ਦੇ ਹੱਕ 'ਚ ਇਮੀਗ੍ਰੇਸ਼ਨ ਲੈਣੀ ਚਾਹੀਦੀ ਹੈ, ਕਿਉਂਕਿ ਪਾਪੂਲੇਸ਼ਨ ਦੀ ਏਜਿੰਗ ਹੋ ਰਹੀ ਹੈਗੀ ਜੀ, ਪਰ ਬਾਕੀ ਚੀਜ਼ਾਂ ਨੂੰ ਇਗਨੋਰ ਕੀਤਾ ਜਾ ਰਿਹਾ। ਸੋ ਉਹ ਮੈਨੂੰ ਇਹ ਲੱਗਦਾ ਹੁੰਦਾ ਕਈ ਵਾਰੀ ਗੌਰਮੈਂਟ ਦਾ ਜਿਹੜਾ ਖੱਬਾ ਹੱਥ ਹੈ ਉਹ ਸੱਜੇ ਹੱਥ ਕੀ ਕਰ ਰਿਹਾ ਇਹ ਨਹੀਂ ਪਤਾ ਲੱਗ ਰਿਹਾ ਉਹਨੂੰ। ਸੋ ਕੋਆਰਡੀਨੇਸ਼ਨ ਦੀ ਬਹੁਤ ਘੱਟ ਹੈ। ਡਾਕਟਰ ਸਾਹਿਬ, ਜਿਹੜੀ ਹੁਣ ਇਮੀਗ੍ਰੇਸ਼ਨ ਕਰਕੇ ਜਿਹੜਾ ਵੱਖੋ ਵੱਖਰੇ ਇਨਫਰਾਸਟ੍ਰਕਚਰ 'ਤੇ ਪ੍ਰੈਸ਼ਰ ਪੈ ਰਿਹਾ, ਹੁਣ ਸਭ ਤੋਂ ਜ਼ਿਆਦਾ ਗੱਲ ਜਿਹੜੀ ਉੱਭਰ ਰਹੀ ਹੈ ਪਿਛਲੇ ਦਿਨਾਂ ਤੋਂ, ਉਹ ਸਪੈਸ਼ਲੀ ਹੈਗੀ ਹੈ ਸ਼ਾਰਟੇਜ ਆਫ ਹਾਊਸਿੰਗ। ਕਿਰਾਏ ਬਹੁਤ ਵੱਧ ਗਏ ਨੇ, ਜਿੰਨੇ ਲੋਕ ਸਾਡੇ ਕੋਲ ਆ ਰਹੇ ਨੇ ਉਨੇ ਸਾਡੇ ਕੋਲ ਘਰ ਨਹੀਂ ਹੈਗੇ। CMHC ਦੀਆਂ ਰਿਪੋਰਟਾਂ, ਵੱਖੋ ਵੱਖਰੇ ਬੈਂਕਾਂ ਦੀਆਂ ਰਿਪੋਰਟਾਂ ਇਸ ਗੱਲ ਵੱਲ ਸੰਕੇਤ ਕਰਦੀਆਂ ਨੇ ਕਿ ਸਾਨੂੰ 2030 ਤੱਕ ਤਕਰੀਬਨ 35 ਲੱਖ ਨਵੇਂ ਘਰਾਂ ਦੀ ਜ਼ਰੂਰਤ ਹੈਗੀ ਆ। ਸੋ ਜੇ ਅਸੀਂ ਸ਼ਾਰਟੇਜ ਆਫ ਹਾਊਸਿੰਗ ਇਸ ਕਦਰ ਆ, ਉਹਦਾ ਹੁਣ ਇੰਪੈਕਟ ਉਹਨੂੰ ਮਿਟੀਗੇਟ ਕਰਨ ਵਾਸਤੇ ਗੱਲ ਇਹ ਆਖੀ ਜਾ ਰਹੀ ਹੈ ਵੀ ਆਪਾਂ ਐਂ ਕਰ ਲੈਂਦੇ ਹਾਂ, ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਉੱਪਰ ਇੱਕ ਅੰਕੁਸ਼ ਲਗਾ ਦਿੰਦੇ, ਕੈਪ ਲਗਾ ਦਿੰਦੇ ਹਾਂ, ਉਹਦੀ ਇੱਕ ਸੀਮਾ ਨਿਰਧਾਰਿਤ ਕਰ ਦਿੰਦੇ ਹਾਂ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਤੁਹਾਨੂੰ ਕੀ ਲੱਗਦਾ ਉਹ ਪਾਲਿਸੀ ਕਾਮਯਾਬ ਹੋ ਸਕੇਗੀ? ਇੱਕ ਪੰਜਾਬੀ ਦੀ ਕਹਾਵਤ ਹੈ, ਊਠ ਤੋਂ ਛੱਡ ਨਹੀਂ ਲਾਉਣੀ, ਪਾਰ ਘੱਟ ਚੁੱਕਾ। ਸੋ ਇਹ ਮੈਨੂੰ ਲੱਗਦਾ ਵੀ ਐਡੀ ਵੱਡੀ ਗੱਲ ਨਹੀਂ, ਇਹਦੇ ਨਾਲ ਹੋਰ ਚੀਜ਼ਾਂ ਬਹੁਤ ਜੁੜੀਆਂ ਹੋਈਆਂ ਨੇ ਜੀ। ਦੇਖੋ, ਇੱਕ ਤਾਂ ਤੁਹਾਡੀ ਏਜਿੰਗ ਦਾ ਕੰਮ ਹੈ, ਤੁਸੀਂ ਯੰਗ ਸਟੂਡੈਂਟ ਤੁਹਾਨੂੰ ਚਾਹੀਦੇ ਨੇਗੇ ਜੀ। ਦੂਸਰਾ ਇਹ ਵੀ ਸਟੂਡੈਂਟ ਤੁਸੀਂ ਕੈਪ ਲਾ ਦਿਓਗੇ, ਫਿਰ ਉਹਨਾਂ ਨੂੰ ਦੁਨੀਆ ਦੇ ਵਿੱਚ ਡਿਵਾਈਡ ਕਿਸ ਤਰ੍ਹਾਂ ਕਰੋਗੇ ਵੀ ਇੰਡੀਆ ਤੋਂ ਕਿੰਨੇ ਲੈਣੇ, ਦੂਸਰਿਆਂ ਤੋਂ ਕਿੰਨੇ ਲੈਣੇ ਆ ਜੀ। ਇੱਕ ਇਹ ਪ੍ਰੋਬਲਮ ਖੜੀ ਹੋ ਜੂਗੀ। ਬਿਲਕੁਲ। ਹੁਣ ਕਈ ਯੂਨੀਵਰਸਿਟੀ ਕਾਲਜਸ ਨੇ ਇੱਕ ਇਨਫਰਾਸਟ੍ਰਕਚਰ ਐਡਾ ਵੱਡਾ ਬਣਾ ਲਿਆ ਹੈਗਾ, ਤੁਸੀਂ ਸਡਨਲੀ ਉਹਨਾਂ ਦੀ 25% ਸਟੂਡੈਂਟ ਇਨਟੇਕ ਘਟਾ ਦਿਓਗੇ ਜੀ। ਉਹ ਪ੍ਰੋਫੈਸਰ ਰੱਖੇ ਹੋਏ ਨੇ, ਉਹ ਜਿਹੜੇ ਦੂਸਰਾ ਕੁਛ ਹੋਇਆ ਉਹਨਾਂ ਦਾ ਕੀ ਬਣੂਗਾ ਜੀ? $22-24 ਬਿਲੀਅਨ ਹਰ ਸਾਲ ਤੁਹਾਡੇ ਕੋਲੇ ਆ ਰਿਹਾ ਹੈਗਾ ਇੰਟਰਨੈਸ਼ਨਲ ਸਟੂਡੈਂਟ ਦਾ, ਪੌਣੇ 2 ਲੱਖ ਜੌਬ ਜਨਰੇਟ ਕਰ ਰਹੇ ਨੇ ਇਹ ਜੀ, ਉਹਦਾ ਕੀ ਬਣੂਗਾ ਜੀ? ਸੋ ਮੈਨੂੰ ਇਹ ਲੱਗਦਾ ਹੈਗਾ ਵੀ ਇਹਦੇ ਨਾਲ ਪ੍ਰੋਬਲਮਸ ਜ਼ਿਆਦਾ ਖੜੀਆਂ ਹੋ ਜਾਣਗੀਆਂ, ਸੋਲਵ ਪ੍ਰੋਬਲਮ ਘੱਟ ਹੋਊਗੀ। ਸੋ ਟਾਰਗੇਟ ਹੈ ਜਿਹੜਾ ਉਹ ਕਰਨਾ ਚਾਹੀਦਾ ਵੀ ਸਾਡੀ ਹਾਊਸਿੰਗ ਸਪਲਾਈ ਹੈ, ਉਹਦੇ ਵਿੱਚ ਜਿਹੜੀ ਆਊਟ ਆਫ ਬਾਕਸ ਜਿਹੜੀ ਥਿੰਕਿੰਗ ਆ ਉਹ ਵਿਜੇ ਮੈਨੂੰ ਦਿਸ ਨਹੀਂ ਰਹੀ ਜੀ। ਹੁਣ ਰੀਜ਼ਨ ਇਹ ਹੈ, ਲੋਕ ਇੱਥੇ ਹੋਸਟਲ ਵੀ ਬਣਾ ਦੇਣ ਸਟੂਡੈਂਟ ਲਈ, ਹਾਂਜੀ, ਪਰ ਕਿਉਂ ਨਹੀਂ ਬਣਾ ਰਹੇ? ਵੀ ਸਾਡੇ ਕੋਲ ਕੋਈ ਲੌਂਗ ਟਰਮ ਪਾਲਿਸੀ ਨਹੀਂ ਗੀ। ਰਾਈਟ। ਅੱਜ ਬੰਦਾ ਕੋਈ ਹੋਸਟਲ ਬਣਾ ਕੇ ਬਹਿ ਜਾਂਦਾ, ਮੈਂ 100 ਸਟੂਡੈਂਟ ਜਾਂ 200 ਸਟੂਡੈਂਟ ਨੂੰ ਰੱਖਣਾ ਹੈ, ਰਾਈਟ। ਕੱਲ ਨੂੰ ਤੁਸੀਂ ਕਹਿੰਦੇ ਇਸ ਤਾਂ ਸਟੂਡੈਂਟ ਨਹੀਂ ਸੱਦਣੇਗੇ। ਤੁਸੀਂ ਜੇ ਤੁਸੀਂ ਲੌਂਗ ਟਰਮ ਪਾਲਿਸੀ ਇੱਕ ਡਿਕਲੇਅਰ ਕਰਦੇ ਹੋ ਵੀ ਆਉਣ ਵਾਲੇ 10 ਸਾਲਾਂ ਦੇ ਵਿੱਚ ਸਾਡਾ ਆਹ ਇਨਟੇਕ ਹੋਣਾ ਹੈਗਾ, ਇੰਨੇ ਸਟੂਡੈਂਟ ਨੂੰ ਹਾਊਸ ਚਾਹੀਦੇ ਹੈਗੇ, ਮੇਰੇ ਖਿਆਲ ਦੇ ਵਿੱਚ ਹਾਈ ਰਾਈਜ਼ ਬਿਲਡਿੰਗ ਬਣਾਉਣ ਦੇ ਵਿੱਚ ਕੋਈ ਹਰਜ ਨਹੀਂ ਗਾ ਇਹਦੇ ਵਿੱਚ ਜੀ। ਦੇਖੋ, ਇੱਥੇ ਵੀ ਇੱਕ ਵਾਰੀ ਗੱਲ ਚੱਲੀ ਸੀ ਕਿ ਅਸੀਂ ਸਿਟੀ ਕੌਂਸਲ ਸਰੀ ਨੇ ਵੀ ਕਿਹਾ ਸੀਗਾ ਵੀ ਇੱਥੇ ਆਪਣੇ ਮੇਰਾ ਖਿਆਲ ਕੋਈ ਕਾਉਂਸਲਰ ਆਏ ਸੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਤਾਂ ਪਾਸ ਕਰ ਦਾਂਗੇ, ਕੋਈ ਕਰੇ ਸੀ ਜੀ, ਕੋਈ ਇਨੀਸ਼ੀਏਟਿਵ ਨਹੀਂ ਆ ਰਿਹਾ ਜੀ, ਕਿਉਂਕਿ ਉਹਦੇ ਪਿੱਛੇ ਰੀਜ਼ਨ ਇਹ ਹੈ ਬਿਜ਼ਨਸ ਮਾਡਲ ਤੇ ਜਸਟੀਫਾਈ ਹੋਵੇ। ਹਾਂ, ਬਿਜ਼ਨਸ ਮਾਡਲ ਜਸਟੀਫਾਈ ਹੋਵੇ, ਤੁਹਾਨੂੰ ਲੌਂਗ ਟਰਮ ਰਿਟਰਨਸ ਆ ਜਿਹੜੀਆਂ ਉਹ ਸ਼ੇਅਰ ਹੋਣ, ਤੁਹਾਨੂੰ ਲੱਗੇ ਵੀ ਇਹ ਸਟੂਡੈਂਟ ਇੱਥੇ ਆਉਣਗੇ। ਹੁਣ ਮੈਨੂੰ ਇਹ ਲੱਗਦਾ ਹੈਗਾ ਵੀ ਕਿਤੇ ਇਹ ਨਾ ਹੋਵੇ ਵੀ ਸਟੂਡੈਂਟ ਦੀ ਇਨਟੇਕ ਘਟਾ ਕੇ ਪਹਿਲੀ ਗੱਲ ਤਾਂ ਯੂਨੀਵਰਸਿਟੀਆਂ ਕ੍ਰਾਈਸਿਸ ਦੇ ਵਿੱਚ ਆ ਜਾਣ, ਕਾਲਜ ਕ੍ਰਾਈਸਿਸ ਦੇ ਵਿੱਚ ਆ ਜਾਣ, ਉਹਨਾਂ ਕੋਲ ਇਨਕਮ ਜਿਹੜੀ ਆ ਰਹੀ ਉੱਥੋਂ, ਦੂਸਰੀ ਉਹਦੇ ਨਾਲ ਜੋਬਲੈਸਨੈਸ ਵੀ ਹੋਊਗੀ ਜੀ। ਹੁਣ ਇਹਨੂੰ ਮਤਲਬ ਸਾਰੇ ਕਾਸੇ ਨੂੰ ਇੱਕ ਦੂਜੇ ਨਾਲ ਜੋੜਨ ਲਈ, ਉਹਨਾਂ 'ਚ ਕੋਆਰਡੀਨੇਸ਼ਨ ਕਰਨ ਲਈ ਐਫਰਟ ਕਰਨ ਦੀ ਲੋੜ ਹੈ, ਨਾ ਕਿ ਤੁਸੀਂ ਚੀਜ਼ਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿਓ। ਹੁਣ ਕੱਲ੍ਹ ਨੂੰ ਫਿਰ ਅਸੀਂ ਇਹ ਵੀ ਸ਼ੁਰੂ ਕਰ ਦਾਂਗੇ ਵੀ ਕੈਨੇਡੀਅਨ ਪਾਪੂਲੇਸ਼ਨ ਵੱਧ ਹੋ ਗਈ, ਅਸੀਂ ਘਟਾ ਲਈਏ ਪਾਪੂਲੇਸ਼ਨ, ਕਿਉਂਕਿ ਸਾਡੇ ਤੋਂ ਸਰਵਿਸ ਪੂਰੀਆਂ ਨਹੀਂ ਹੁੰਦੀਆਂ ਜੀ 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 ਜੀ। ਪਾਪੂਲੇਸ਼ਨ ਤਾਂ ਸਾਡੇ ਕੋਲ ਪਹਿਲਾਂ ਹੀ ਘੱਟ ਹੈ, ਬਿਲਕੁਲ, ਬਹੁਤ ਜੀ। ਜਿਹੜੀ ਵਰਕਿੰਗ ਪਾਪੂਲੇਸ਼ਨ ਹੈ ਉਹ ਘਟ ਰਹੀ ਹੈ, ਉਹਨੂੰ ਤਾਂ ਰਿਪਲੈਨਿਸ਼ ਕਰਨ ਦੇ ਵਾਸਤੇ ਆ ਸਾਰਾ ਕੁਝ ਕੀਤਾ ਜਾ ਰਿਹਾ। ਹੋਰ 30 ਆਪਣਾ 2030 ਦੇ ਵਿੱਚ ਜਾ ਕੇ 25% ਜਿਹੜੇ ਤੁਹਾਡੇ 65 ਈਅਰ ਐਂਡ ਅਬਵ ਹੋ ਜਾਣੇ ਆ ਜੀ ਜੀ ਜੀ। ਸੋ ਇਹ ਚੀਜ਼ਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕੋਈ ਵਾਇਏਬਲ ਸੋਲੂਸ਼ਨ ਹੈ ਵੀ ਉਹਨਾਂ ਨੂੰ ਬੰਦ ਕਰਨਾ। ਪਹਿਲੀ ਗੱਲ ਤਾਂ ਇਹ ਛੋਟਾ ਬਹੁਤ ਹੈ ਐਫਰਟ, ਤੁਸੀਂ ਕਰ ਲਓਗੇ ਕਿੰਨਾ ਫਰਕ ਪੈ ਜਾਊਗਾ ਇਹਦੇ ਨਾਲ। ਕੈਪ ਹੀ ਕਰਨਾ, ਬੰਦ ਤਾਂ ਨਹੀਂ ਕਰਨਾ ਜੀ। ਜੇ 4 ਲੱਖ ਆ ਰਹੇ ਤੁਸੀਂ 3.5 ਲੱਖ ਕਰ ਦਿਓਗੇ, 3 ਲੱਖ ਕਰ ਦਿਓਗੇ ਜੀ। 1 ਲੱਖ ਨਾਲ ਫਰਜ਼ ਕਰੋ ਜੀ ਘਟਾ ਦਿੰਦੇ, ਕਿੰਨਾ ਕੁ ਫਰਕ ਪੈਣਾ ਇਹਦੇ ਨਾਲ ਜੀ? ਅਕ੍ਰੋਸ ਦਾ ਕੰਟਰੀ ਕੋਈ ਫਰਕ ਨਹੀਂ ਪੈਂਦਾਗਾ, ਬਿਲਕੁਲ। ਸੋ ਮੈਨੂੰ ਇਹ ਲੱਗਦਾ ਕਿ ਵੀ ਨਾ ਜਿਵੇਂ ਇਹ ਕਰਦੇ ਹੁੰਦੇ ਆ ਕਿ ਵੀ ਹਾਊਸਿੰਗ ਕ੍ਰਾਈਸਿਸ ਆ ਗਿਆ ਤਾਂ ਹਾਊਸਿੰਗ ਮਿਨਿਸਟਰ ਬਦਲ ਦਿਓ, ਜੇ ਇਮੀਗ੍ਰੇਸ਼ਨ ਦਾ ਕ੍ਰਾਈਸਿਸ ਆ ਗਿਆ ਤਾਂ ਇਮੀਗ੍ਰੇਸ਼ਨ ਮਿਨਿਸਟਰ ਬਦਲ ਦਿਓ। ਇਹ ਕੁਛ ਹੋ ਰਿਹਾ ਹੈਗਾ। ਪਾਲਿਸੀ ਨਿਰਧਾਰਨ ਹੈ ਜਿਹੜਾ ਉਹ ਲੰਬੇ ਸਮੇਂ ਦਾ ਚਾਹੀਦਾ। ਇੱਕ ਮੈਂ ਜਿਹੜੀ ਦੇਖ ਰਿਹਾ ਹੈਗਾ ਇੱਥੇ ਕੈਨੇਡਾ ਦੇ ਵਿੱਚ ਵੀ ਉਹ ਬਿਮਾਰੀ ਆ ਗਈ ਹੈ,
ਟਾਪ ਟੂ ਬਾਟਮ ਪਾਲਿਸੀ ਦੀ ਗੱਲ ਹੋ ਰਹੀ ਹੈ। ਹੂੰ, ਚਾਹੀਦਾ ਹੈ ਵੀ ਬਾਟਮ ਟੂ ਟਾਪ, ਜੀ ਗ੍ਰਾਸ ਰੂਟਸ ਤੋਂ ਪਾਲਿਸੀ ਗ੍ਰਾਸ ਬਣੇ, ਰੂਟਸ ਤੋਂ ਪਾਲਿਸੀ ਕੰਸਲਟੇਸ਼ਨ ਹੁੰਦੀਆਂ ਨੇ, ਪਰ ਉਹ ਕੰਸਲਟੇਸ਼ਨ ਦਾ ਉਹ ਪੱਧਰ ਨਹੀਂ ਰਿਹਾ ਜਿਹੜਾ ਕਿਸੇ ਵੇਲੇ ਪਹਿਲਾਂ ਹੁੰਦਾ ਸੀ, ਕਿਸੇ ਵੇਲੇ ਹੁੰਦਾ ਸੀਗਾ ਜੀ। ਸੋ ਮੈਨੂੰ ਲੱਗਦਾ ਵੀ ਪਾਲਿਸੀ ਹੈ ਜਿਹੜੀ ਇਹਦੀ ਕੋਆਰਡੀਨੇਸ਼ਨ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ। ਕੋਆਰਡੀਨੇਸ਼ਨ ਕਰਕੇ ਤੁਸੀਂ ਜਿਹੜਾ ਹੈਗਾ ਹਾਊਸਿੰਗ, ਹੈਲਥ, ਸਕੂਲਸ ਸਾਰੇ ਕਾਸੇ ਨੂੰ, ਮੇਰੇ ਖਿਆਲ ਦੇ ਵਿੱਚ ਕੋਈ ਫੰਡਿੰਗ ਦੀ ਪ੍ਰੋਬਲਮ ਹੁੰਦੀ ਜੇ ਸਾਡੇ ਕੋਲ ਲੰਬੀ ਪਾਲਿਸੀ ਹੋਵੇ। ਜੀ ਬਿਲਕੁਲ, ਫੰਡਿੰਗ ਹੋ ਜਾਂਦੀ ਹੁੰਦੀ ਹੈ ਕਿ ਉਹਦੇ 'ਚ ਕੋਈ ਐਸੀ ਗੱਲ ਨਹੀਂ ਗੀ, ਰਿਟਰਨਸ ਦੇ ਵਿੱਚੋਂ ਪੇ ਵੀ ਕੀਤੀ ਜਾਂਦੀ ਹੈ। ਸੋ ਇਸ ਵੇਲੇ ਜੋ ਲੱਗ ਰਿਹਾ ਹੈਗਾ ਅਡਹੋਕਿਜ਼ਮ ਬਹੁਤ ਹੈ। ਹਾਂ, ਕਲੈਰਿਟੀ ਦੀ ਘਾਟ ਹੈ ਹਰ ਚੀਜ਼ ਤੇ। ਅਡਹੋਕਿਜ਼ਮ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ, ਚਾਹੇ ਉਹ ਇਮੀਗ੍ਰੇਸ਼ਨ ਹੈ, ਚਾਹੇ ਹੈਲਥ ਹੈ, ਚਾਹੇ ਐਜੂਕੇਸ਼ਨ ਹੈ, ਕੋਈ ਵੀ ਹੈ। ਅਸੀਂ ਕਿਸੇ ਪਾਸੇ ਵੱਲ ਸੋਚ ਨਹੀਂ ਰਹੇ, ਸਿਰਫ ਇੱਕੋ ਰੇਟ ਆਫ ਇੰਟਰਸਟ ਅਸੀਂ ਇੱਕ ਇੰਸਟਰੂਮੈਂਟ ਲੱਭ ਲਿਆ ਵੀ ਸਾਰਾ ਕੁਛ ਇਸੇ ਨਾਲ ਠੀਕ ਕਰਨਾ ਹੈਗਾ। ਮੈਨੂੰ ਇਹ ਲੱਗਦਾ ਉਹ ਠੀਕ ਨਹੀਂ ਹੋਣਾ। ਜੀ।